सत श्री अकाल दोस्तों, वैलकम टू डोर स्टैप एजुकेशन पॉइंट। उम्मीद करदा तुसीं सारे बहुत ही वधिया होने आ। अज दी क्लास विच सिगमंड फ्रायड दी साइकोसैक्सुअल थ्योरी नूं डिस्कस करन जा रहे हां। ਇਹ ਵੀਡੀਓ ਤੁਹਾਡੇ ਪੀਐਸ ਟੈਟ ਸੀਟੈਟ ਐਗਜ਼ਾਮ ਲਈ ਕਾਫੀ ਇੰਪੋਰਟੈਂਟ ਹੈ। ਈਵਨ ਬੀਐਡ ਜਾਂ ਫਿਰ ਈਟੀਟੀ ਕਰ ਰਹੇ ਸਟੂਡੈਂਟਸ ਵੀ ਇਹਨਾਂ ਵੀਡੀਓਜ਼ ਨੂੰ ਬੜੇ ਧਿਆਨ ਨਾਲ ਸੁਣ ਸਕਦੇ ਨੇ। ਕੰਪਲੀਟ ਅੰਡਰਸਟੈਂਡਿੰਗ ਲਈ ਇਸ ਵੀਡੀਓ ਨੂੰ ਲਾਸਟ ਤੱਕ ਵੇਖਿਓ, ਫਿਰ ਤੁਹਾਡੇ ਜਿੰਨੇ ਵੀ ਡਾਊਟਸ ਨੇ ਇਸ ਥਿਊਰੀ ਤੋਂ ਸੰਬੰਧਿਤ ਸਾਰੇ ਡਾਊਟਸ ਕਲੀਅਰ ਹੋ ਜਾਣਗੇ। ਸੋ ਸ਼ੁਰੂ ਕਰਦੇ ਹਾਂ ਅੱਜ ਦੀ ਆਪਣੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਐਂਡ ਇਸ ਵੀਡੀਓ ਨੂੰ ਲਾਈਕ ਕਰਨ ਤੋਂ ਬਾਅਦ ਆਪਦੇ ਦੋਸਤਾਂ ਨੂੰ ਵੀ ਸ਼ੇਅਰ ਕਰ ਦਿਓ। ਵੈਸੇ ਤਾਂ ਸਾਈਕੋਲੋਜੀ ਦੇ ਫੀਲਡ ਵਿੱਚ ਸਿਗਮੰਡ ਫਰਾਇਡ ਦੀਆਂ ਕਾਫੀ ਸਾਰੀਆਂ ਕੰਟਰੀਬਿਊਸ਼ਨਸ ਨੇ, ਬਟ ਅੱਜ ਦੀ ਵੀਡੀਓ ਵਿੱਚ ਆਪਾਂ ਇਹਨਾਂ ਦੀ ਸਾਈਕੋਸੈਕਸ਼ੂਅਲ ਥਿਊਰੀ ਦੀਆਂ ਜਿਹੜੀਆਂ ਮੇਨ 5 ਸਟੇजेस ਨੇ ਉਹਨਾਂ ਦੀ ਗੱਲ ਕਰਨ ਜਾ ਰਹੇ ਹਾਂ, ਕਿਉਂਕਿ ਪਾਸਟ ਦੇ ਵਿੱਚ ਵੀ ਇਸ ਤੋਂ ਸੰਬੰਧਿਤ ਬਹੁਤ ਸਾਰੇ ਜਿਹੜੇ ਪ੍ਰਸ਼ਨ ਨੇ ਇਹ ਤੁਹਾਡੇ ਐਗਜ਼ਾਮ ਵਿੱਚ ਪੁੱਛ ਲਏ ਜਾਂਦੇ ਆ। ਸੀਟੈਟ ਵਿੱਚ ਤਾਂ ਇੰਨੇ ਪ੍ਰਸ਼ਨ ਨਹੀਂ ਪੁੱਛੇ ਜਾਂਦੇ, ਬਟ ਜਿਵੇਂ ਕਿ ਤੁਹਾਡੇ ਸਟੇਟ ਟੈਟਸ ਨੇ, ਜਿਵੇਂ ਕਿ ਪੀਐਸ ਟੈਟ ਹੋ ਗਿਆ, ਐਸ ਟੈਟ ਹੋ ਗਿਆ, ਇਹਨਾਂ ਵਿੱਚ ਇੱਥੋਂ ਪ੍ਰਸ਼ਨ ਪੁੱਛ ਲਏ ਜਾਂਦੇ ਆ। ਸੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹਨਾਂ ਦੀਆਂ ਸਟੇजेस ਬਾਰੇ ਦੱਸੂਗਾ ਐਂਡ ਉਸ ਤੋਂ ਬਾਅਦ ਆਪਾਂ ਇਹਨਾਂ ਸਟੇजेस ਨੂੰ ਡਿਟੇਲ ਵਿੱਚ ਸਮਝ ਲੈਣੇ ਆ ਐਂਡ ਉਸ ਤੋਂ ਬਾਅਦ ਆਪਾਂ ਸਿਗਮੰਡ ਫਰਾਇਡ ਬਾਰੇ ਵੀ ਕੁਝ ਜਨਰਲ ਗੱਲਾਂ ਦੀ ਡਿਸਕਸ਼ਨ ਕਰ ਲਾਂਗੇ। ਸੋ ਤੁਹਾਡੇ ਸਾਹਮਣੇ ਮੈਂ ਜਿਹੜਾ ਇੱਕ ਟੇਬਲ ਹੈਗਾ ਜੀ ਉਹ ਮੈਂ ਪੇਸ਼ ਕਰ ਰਿਹਾ। ਤੁਸੀਂ ਵੇਖ ਸਕਦੇ ਹੋ ਕਿ ਸਟੇजेस ਵੇਖਣ ਨੂੰ ਮਿਲ ਰਹੀਆਂ ਨੇ। ਏਜ ਕਿ ਕਿਹੜੀ ਸਟੇਜ ਤੁਹਾਨੂੰ ਕਿੰਨੀ ਉਮਰ ਤੋਂ ਲੈ ਕੇ ਕਿੰਨੇ ਉਮਰ ਦੇ ਬੱਚਿਆਂ ਵਿੱਚ ਵੇਖਣ ਨੂੰ ਮਿਲਦੀ ਹੈ। ਉਸ ਤੋਂ ਬਾਅਦ ਫੋਕਸ ਐਂਡ ਡਿਸਕ੍ਰਿਪਸ਼ਨ, ਇਹਦੇ ਵਿੱਚ ਆਪਾਂ ਸਿਰਫ ਸਟੇਜ ਐਂਡ ਏਜ ਵੇਖਾਂਗੇ। ਉਸ ਤੋਂ ਬਾਅਦ ਮੈਂ ਤੁਹਾਨੂੰ ਫੋਕਸ ਐਂਡ ਡਿਸਕ੍ਰਿਪਸ਼ਨ ਤੇ ਭਾਵ ਕਿਹੜੀ ਸਟੇजेस ਦੀ ਕਿਹੜੀ ਵਿਸ਼ੇਸ਼ਤਾ ਹੈਗੀ ਹੈ ਇਹਦੇ ਬਾਰੇ ਵੀ ਗੱਲ ਜ਼ਰੂਰ ਕਰਾਂਗੇ। ਸਭ ਤੋਂ ਪਹਿਲੀ ਜਿਹੜੀ ਸਟੇਜ ਹੈਗੀ ਆ ਜੀ, ਜਿਹਨੂੰ ਤੁਸੀਂ ਕਹਿੰਦੇ ਹੋ ਓਰਲ ਸਟੇਜ। ਓਰਲ ਨੂੰ ਪੰਜਾਬੀ ਵਿੱਚ ਮੌਖਿਕ ਕਹਿੰਦੇ ਆ ਤੇ ਇਹ ਜਨਮ ਤੋਂ ਲੈ ਕੇ 18 ਮਹੀਨਿਆਂ ਤੱਕ, 1.5 ਸਾਲ ਵੀ ਕਹਿ ਸਕਦੇ ਹੋ, 18 ਮਹੀਨਿਆਂ ਤੋਂ ਲੈ ਕੇ 1.5 ਸਾਲ ਤੱਕ ਦੀ ਉਮਰ ਦੇ ਵਿੱਚ ਤੁਹਾਨੂੰ ਜਿਹੜੀ ਓਰਲ ਸਟੇਜ ਹੈਗੀ ਆ, ਮੌਖਿਕ ਸਟੇਜ ਹੈ, ਇਹ ਵੇਖਣ ਨੂੰ ਮਿਲਦੀ ਹੈ। ਦੂਸਰੇ ਨੰਬਰ ਦੀ ਜੇਕਰ ਆਪਾਂ ਗੱਲ ਕਰੀਏ ਐਨਲ ਸਟੇਜ, ਇਹ ਤੁਹਾਨੂੰ 1.5 ਸਾਲ ਤੋਂ ਲੈ ਕੇ 3 ਸਾਲਾਂ ਤੱਕ ਦੀ ਜਿਹੜੀ ਉਮਰ ਹੈ ਬੱਚਿਆਂ ਦੀ, ਉਹਨਾਂ ਵਿੱਚ ਤੁਹਾਨੂੰ ਐਨਲ ਸਟੇਜ ਵੇਖਣ ਨੂੰ ਮਿਲਦੀ ਹੈ। ਭਾਵ ਇਹ ਕਿ ਜਦੋਂ ਬੱਚੇ 18 ਮਹੀਨਿਆਂ ਦੇ ਹੋ ਜਾਂਦੇ ਨੇ ਉਦੋਂ ਇਹ ਸਟੇਜ ਵੇਖਣ ਨੂੰ ਮਿਲਦੀ ਹੈ। ਉਸ ਤੋਂ ਬਾਅਦ ਫੈਲਿਕ ਸਟੇਜ 3 ਸਾਲ ਤੋਂ ਲੈ ਕੇ 6 ਸਾਲਾਂ ਦੇ ਵਿੱਚ ਤੁਹਾਨੂੰ ਮਿਲਦੀ ਹੈ ਜੀ ਇਹ ਸਟੇਜ ਵੇਖਣ ਲਈ। ਲੇਟੈਂਟ ਸਟੇਜ ਦੀ ਗੱਲ ਕਰੀਏ 6 ਸਾਲਾਂ ਤੋਂ ਲੈ ਕੇ ਪਿਊਬਰਟੀ ਤੱਕ। ਜੈਨੇਟਲ ਏਜ ਤੁਹਾਨੂੰ ਪਿਊਬਰਟੀ ਤੋਂ ਲੈ ਕੇ ਅਡਲਟਹੁੱਡ ਤੱਕ। ਹੁਣ ਆਪਾਂ ਇਹਨਾਂ ਸਟੇजेस ਬਾਰੇ ਡਿਸਕਸ਼ਨ ਤਾਂ ਕਰਾਂਗੇ ਹੀ। ਸਭ ਤੋਂ ਪਹਿਲਾਂ ਆਪਾਂ ਸਿਗਮੰਡ ਫਰਾਇਡ ਦੀ ਗੱਲ ਕਰ ਲੈਂਦੇ ਹਾਂ। ਸਿਗਮੰਡ ਫਰਾਇਡ ਇੱਕ ਆਸਟਰੀਅਨ ਨਿਊਰੋਲੋਜਿਸਟ ਹੈਗੇ ਸੀ। ਕਿੱਥੋਂ ਦੇ ਸੀਗੇ? ਆਸਟਰੀਆ ਤੋਂ ਹੈਗੇ ਸੀ। ਇਤਿਹਾਸ ਵਿੱਚ ਤੁਸੀਂ ਹਿਟਲਰ ਦਾ ਨਾਮ ਜ਼ਰੂਰ ਸੁਣਿਆ ਹੋਊਗਾ, ਉਹਦਾ ਜਿਹੜਾ ਜਨਮ ਸੀਗਾ ਉਹ ਵੀ ਆਸਟਰੀਆ ਵਿੱਚ ਹੀ ਹੋਇਆ ਸੀ। ਸਿਗਮੰਡ ਫਰਾਇਡ ਆਸਟਰੀਆ ਦੇ ਸੀਗੇ ਜੀ, ਨਿਊਰੋਲੋਜਿਸਟ ਹੈਗੇ ਸੀ ਐਂਡ ਫਾਊਂਡਰ ਆਫ ਸਾਈਕੋ ਐਨਾਲਿਸਿਸ ਦੇ ਵੀ ਹੈਗੇ ਸੀ। ਇਹ ਜਾਣੇ ਜਾਂਦੇ ਸੀਗੇ ਥਿਊਰੀਜ਼ ਔਨ ਡਿਵੈਲਪਮੈਂਟ ਆਫ ਦਾ ਹਿਊਮਨ ਪਰਸਨੈਲਿਟੀ ਐਂਡ role of unconscious desires and experience in shaping behavior. One of his most famous theory is the psychosexual stages of development. ਤੁਸੀਂ ਇੰਨੀ ਗੱਲ ਯਾਦ ਕਰ ਲਿਓ, psychosexual stages of development ਨਾਮ ਦੀ ਥਿਊਰੀ ਇਹਨਾਂ ਦੁਆਰਾ ਦਿੱਤੀ ਗਈ ਸੀ ਐਂਡ ਇਹਦੀ ਹੀ ਗੱਲ ਆਪਾਂ ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ। ਇਹਨਾਂ ਵਿੱਚ ਤੁਹਾਨੂੰ 5 ਸਟੇजेस ਵੇਖਣ ਨੂੰ ਮਿਲਦੀਆਂ ਨੇ। ਪਹਿਲੀ ਜਿਹੜੀ ਸਟੇਜ ਹੈਗੀ ਆ ਜਿਹਦਾ ਨਾਮ ਹੈਗਾ ਓਰਲ ਸਟੇਜ। ਕੀ ਨਾਮ ਹੈ ਜੀ? ਓਰਲ ਸਟੇਜ, ਜਿਹਨੂੰ ਤੁਸੀਂ ਜਨਮ ਤੋਂ ਲੈ ਕੇ 2 ਸਾਲ ਤੱਕ ਗਿਣ ਸਕਦੇ ਹੋ ਐਂਡ ਇਹਨੂੰ ਪੰਜਾਬੀ ਵਿੱਚ ਤੁਸੀਂ ਕਹਿੰਦੇ ਹੋ ਮੌਖਿਕ ਪੜਾਅ। ਕੀ ਕਹਿੰਦੇ ਹੋ ਜੀ? ਮੌਖਿਕ ਪੜਾਅ। ਜਨਮ ਤੋਂ ਲੈ ਕੇ 2 ਸਾਲ ਤੱਕ ਇਹ ਸਟੇਜ ਤੁਹਾਨੂੰ ਵੇਖਣ ਨੂੰ ਮਿਲਦੀ ਹੈ। ਇਹਦੇ ਵਿੱਚ ਆਪਾਂ 3 ਚੀਜ਼ਾਂ ਦੀ ਗੱਲ ਕਰਿਆ ਕਰਾਂਗੇ: ਬੇਸਿਕ ਫੀਚਰ, ਪੋਜ਼ਿਟਿਵ ਆਊਟਕਮ ਐਂਡ ਨੈਗੇਟਿਵ ਆਊਟਕਮ। ਜਿਹਦੇ ਵਿੱਚ ਬੇਸਿਕ ਫੀਚਰ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਇਸ ਸਟੇਜ ਵਿੱਚ ਤੁਹਾਨੂੰ ਕਿਹੜੀਆਂ ਵਿਸ਼ੇਸ਼ਤਾਵਾਂ ਵੇਖਣ ਨੂੰ ਮਿਲਦੀਆਂ ਨੇ ਬੱਚਿਆਂ ਵਿੱਚ, ਤੇ ਪੋਜ਼ਿਟਿਵ ਆਊਟਕਮ ਹੁੰਦਾ ਜੀ ਸਕਾਰਾਤਮਕ ਜਿਹੜਾ ਕਿ ਨਤੀਜਾ ਵੇਖਣ ਨੂੰ ਮਿਲੇਗਾ। ਮੰਨ ਲਓ ਕਿ ਤੁਸੀਂ ਬੱਚਿਆਂ ਤੇ ਧਿਆਨ ਦਿੰਦੇ ਹੋ, ਜਿਹੜੇ ਕਿ ਬੇਸਿਕ ਫੀਚਰ ਹੈਗੇ ਆ ਉਹਨਾਂ ਵੱਲ ਚੰਗੇ ਤਰੀਕੇ ਨਾਲ ਧਿਆਨ ਦੇ ਰਹੇ ਹੋ ਐਂਡ ਉਸ ਚੀਜ਼ ਦੀ ਡਿਵੈਲਪਮੈਂਟ ਹੋ ਜਾਂਦੀ ਹੈ ਤੇ ਚੰਗੇ ਪ੍ਰਭਾਵ ਤੁਹਾਨੂੰ ਜਿਹੜੇ ਬੱਚਿਆਂ ਵਿੱਚ ਵੇਖਣ ਨੂੰ ਮਿਲ ਸਕਦੇ ਆ। ਜੇਕਰ ਤੁਸੀਂ ਇਸ ਸਟੇਜ ਵਿੱਚ ਬੱਚਿਆਂ ਤੇ ਧਿਆਨ ਨਾ ਦਿਓਗੇ ਤੇ ਕੁਝ ਨਕਾਰਾਤਮਕ ਜਿਹੜੇ ਪ੍ਰਭਾਵ ਹੈਗੇ ਆ ਉਹ ਵੇਖਣ ਨੂੰ ਮਿਲਣਗੇ। ਸੋ ਇਹਦੀ ਗੱਲ ਤਾਂ ਆਪਾਂ ਕਰਾਂਗੇ ਹੀ, ਜਿਹਦੇ ਨਾਲ ਤੁਹਾਨੂੰ ਕੱਲੀ ਜਿਹੜੀ ਚੀਜ਼ ਹੈ ਉਹ ਸਮਝ ਲੱਗ ਜੇਗੀ। ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਨ ਜਾ ਰਹੇ ਹਾਂ ਓਰਲ ਸਟੇਜ ਐਂਡ ਇਹਦੇ ਵਿੱਚ ਬੱਚਿਆਂ ਦੀ ਉਮਰ ਹੁੰਦੀ ਹੈ ਜਨਮ ਤੋਂ ਲੈ ਕੇ 2 ਸਾਲ ਦੇ ਵਿੱਚ ਤੱਕ। ਬੇਸਿਕ ਫੀਚਰ ਦੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਿ ਓਰਲ ਸਟੇਜ ਦੇ ਵਿੱਚ ਮੌਖਿਕ ਪੜਾਅ ਦੇ ਵਿੱਚ ਜਿਹੜੇ ਬੱਚੇ ਹੁੰਦੇ ਹੈਗੇ ਆ ਉਹਨਾਂ ਨੂੰ ਪਲੇਜ਼ਰ ਮਿਲਦਾ ਹੈ, ਉਹਨਾਂ ਨੂੰ ਇੰਜੋਏ ਕਰਦੇ ਆ ਕਿਹੜੀ ਚੀਜ਼ ਨੂੰ? ਸਕਿੰਗ ਐਂਡ ਬਾਈਟਿੰਗ ਨੂੰ।
ਕਈ ਵਾਰ ਵੇਖਿਆ ਹੋਊਗਾ ਕਿ ਜਿਹੜੇ ਛੋਟੇ ਬੱਚੇ ਹੁੰਦੇ ਆ ਜੀ ਆਪਦਾ ਜਿਹੜਾ ਗੁੱਠਾ ਹੈ ਥੰਬ ਹੈ ਉਹਨੂੰ ਸਕ ਕਰਦੇ ਆ ਤੇ ਇਸ ਚੀਜ਼ ਨਾਲ ਹੀ ਉਹਨਾਂ ਨੂੰ ਮਜ਼ਾ ਆਉਂਦਾ ਕਹਿ ਸਕਦੇ ਆ। ਐਂਡ ਇਸ ਦੇ ਨਾਲ ਹੀ ਆਪਾਂ ਹੋਰ ਵੀ ਕਾਫੀ ਸਾਰੀਆਂ ਚੀਜ਼ਾਂ ਵੇਖੀਆਂ ਨੇ, ਜਿਵੇਂ ਕਿ ਬਾਜ਼ਾਰ ਤੋਂ ਕਈ ਪਲਾਸਟਿਕ ਦੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਕਿ ਬੱਚੇ ਦੇ ਸਕ ਕਰਨ ਲਈ ਹੀ ਬਣਾਈਆਂ ਜਾਂਦੀਆਂ ਨੇ। ਸੋ ਇਹਨਾਂ ਚੀਜ਼ਾਂ ਨਾਲ ਉਹ ਪਲੇਜ਼ਰ ਫੀਲ ਕਰਦੇ ਨੇ ਐਂਡ ਬਾਈਟਿੰਗ ਕਰਦੇ ਨੇ ਜਿਹਦੇ ਨਾਲ ਉਹਨਾਂ ਨੂੰ ਪਲੇਜ਼ਰ ਮਿਲਦਾ ਜੇਕਰ ਇਹ ਚੀਜ਼ ਚੰਗੇ ਤਰੀਕੇ ਨਾਲ ਹੋ ਰਹੀ ਹੈ। ਜਿਵੇਂ ਮੰਨ ਲਓ ਕਿ ਚਿਲਡਰਨ ਆਰ ਏਬਲ ਟੂ ਫੁਲਫਿਲ देयर ਓਰਲ ਨੀਡਸ ਕਿ ਜਿਹੜੀਆਂ ਉਹਨਾਂ ਦੀਆਂ ਮਾਊਥਸ ਦੀਆਂ ਨੀਡਸ ਨੇ, ਜ਼ਰੂਰਤਾਂ ਨੇ, ਜੇਕਰ ਇਹ ਕੰਪਲੀਟ ਹੋ ਰਹੀਆਂ ਨੇ, ਉਹਨਾਂ ਨੂੰ ਜਿਹੜਾ ਖਾਣਾ ਹੈਗਾ ਆ ਭਾਵੇਂ ਉਹ ਬ੍ਰੈਸਟ ਫੀਡਿੰਗ ਹੋਵੇ ਜਾਂ ਫਿਰ ਉਹਨੂੰ ਹੋਰ ਵੀ ਤਰੀਕੇ ਨਾਲ ਕੰਫਰਟ ਦਿੱਤੇ ਜਾ ਰਹੀ ਹੈ ਤੇ ਉਹਦਾ ਜਿਹੜਾ ਭਰੋਸਾ ਹੈਗਾ ਆ ਆਪਦੇ ਕੇਅਰ ਗਿਵਰਸ ਤੇ, ਭਾਵ ਕਿ ਉਹਦੇ ਜਿਹੜੇ ਮਦਰ ਹੋਣਗੇ ਉਹਨਾਂ ਦਾ ਜਿਹੜਾ ਭਰੋਸਾ ਹੈਗਾ ਆ, ਮਦਰ ਤੇ ਜਿਹੜਾ ਭਰੋਸਾ ਹੈਗਾ ਜੀ ਉਹ ਉਦੋਂ ਵਧੇਗਾ। ਭਰੋਸਾ ਵਧਣ ਦੇ ਨਾਲ ਉਹਦੇ ਵਿੱਚ ਇੱਕ ਜਿਹੜੀ ਉਮੀਦ ਹੈਗੀ ਆ ਜੀ ਉਹ ਵੀ ਵੇਖਣ ਨੂੰ ਮਿਲੇਗੀ। ਜੇਕਰ ਮੰਨ ਲਓ ਇਹ ਚੀਜ਼ਾਂ ਉਹ ਕੰਪਲੀਟਲੀ ਫੁਲਫਿਲ ਨਹੀਂ ਕਰ ਪਾ ਰਿਹਾ, ਉਹਦੀਆਂ ਜਿਹੜੀਆਂ ਇੱਛਾਵਾਂ ਨੇ ਇਸ ਸਟੇਜ ਵਿੱਚ ਜੇਕਰ ਨਹੀਂ ਕੰਪਲੀਟ ਹੋ ਰਹੀਆਂ ਤੇ ਫਿਰ ਕੀ ਹੋਊਗਾ, ਉਹਦੇ ਵਿੱਚ ਐਂਗਜ਼ਾਇਟੀ ਐਂਡ ਇਨਸਿਕਿਉਰਿਟੀ ਦੀ ਜਿਹੜੀ ਭਾਵਨਾ ਹੈਗੀ ਆ ਜੀ ਉਹ ਡਿਵੈਲਪ ਹੋਣੀ ਸ਼ੁਰੂ ਹੋ ਜਾਏਗੀ। ਬੱਚਾ ਥੋੜਾ ਬਹੁਤ ਡਰਨਾ ਸ਼ੁਰੂ ਕਰ ਦੇਗਾ। ਐਂਡ ਜਿਵੇਂ ਕਿ ਇੱਥੇ ਐਗਜ਼ਾਮਪਲ ਵੀ ਦੱਸੀ ਹੋਈ ਹੈ ਕਿ ਮੰਨ ਲਓ ਜੇਕਰ ਬੱਚੇ ਨੂੰ ਭੁੱਖਾ ਛੱਡ ਦਿੱਤਾ ਜਾਂਦਾ ਆ ਤੇ ਇਸ ਸਟੇਜ ਵਿੱਚ ਉਹਨੂੰ ਡਰ ਰਹੇਗਾ ਕਿ ਮੈਨੂੰ ਛੱਡ ਨਾ ਦਿੱਤਾ ਜਾਵੇ, ਕਿ ਮੈਨੂੰ ਮੇਰੇ ਮਾਪਿਓ ਛੱਡ ਕੇ ਨਾ ਚਲੇ ਜਾਣ। ਸੋ ਇਹ ਜਿਹੜੀਆਂ ਕੁਝ ਤੁਹਾਨੂੰ ਪੋਜ਼ਿਟਿਵ ਆਊਟਕਮਸ ਐਂਡ ਨੈਗੇਟਿਵ ਆਊਟਕਮਸ ਵੇਖਣ ਨੂੰ ਮਿਲਦੀਆਂ ਨੇ ਕਿਹੜੀ ਸਟੇਜ ਵਿੱਚ, ਓਰਲ ਸਟੇਜ ਦੇ ਵਿੱਚ। ਓਰਲ ਸਟੇਜ ਤੁਹਾਨੂੰ ਵੇਖਣ ਨੂੰ ਮਿਲਦੀ ਹੈ ਜਨਮ ਤੋਂ ਲੈ ਕੇ 2 ਸਾਲ ਤੱਕ ਦੇ ਬੱਚਿਆਂ ਤੱਕ। ਮੇਨ ਜਿਹੜਾ ਪਲੇਜ਼ਰ ਬੱਚੇ ਨੂੰ ਮਿਲਦਾ ਹੈ ਉਹ ਸਕਿੰਗ ਜਾਂ ਫਿਰ ਬੈਟਿੰਗ ਕਰਕੇ ਹੀ ਮਿਲਦਾ ਹੈ। ਪੋਜ਼ਿਟਿਵ ਆਊਟਕਮ ਐਂਡ ਨੈਗੇਟਿਵ ਆਊਟਕਮ ਦੀ ਆਪਾਂ ਗੱਲ ਕਰ ਹੀ ਚੁੱਕੇ ਹਾਂ। ਦੂਸਰੇ ਨੰਬਰ ਤੇ ਜਿਹੜੀ ਸਟੇਜ ਆਉਂਦੀ ਹੈ ਜਿਹਨੂੰ ਤੁਸੀਂ ਕਹਿੰਦੇ ਹੋ ਐਨਲ ਸਟੇਜ। ਕੀ ਕਹਿੰਦੇ ਹੋ ਜੀ? ਐਨਲ ਸਟੇਜ ਇਹ 2 ਸਾਲਾਂ ਤੋਂ ਲੈ ਕੇ ਲਗਭਗ ਕਹਿ ਸਕਦੇ ਹਾਂ 1.5 ਸਾਲ ਤੋਂ ਲੈ ਕੇ 3 ਸਾਲ ਤੱਕ ਦੀ ਵੈਸੇ ਇਹਦੇ ਵਿੱਚ ਗੱਲ ਕਰਦੇ ਹਾਂ, ਬਟ ਫਿਰ ਵੀ ਐਨਲ ਜਿਹੜੀ ਸਟੇਜ ਹੈ ਇਹ ਤੁਹਾਨੂੰ ਗੁਦਾ ਪੜਾ ਆਪਾਂ ਇਹਨੂੰ ਕਹਿੰਦੇ ਆ। 2 ਸਾਲ ਤੋਂ ਲੈ ਕੇ 3 ਸਾਲ ਤੱਕ ਦੀ ਜਿਹੜੀ ਸਟੇਜ ਹੈਗੀ ਆ ਇਹਨੂੰ ਆਪਾਂ ਐਨਲ ਸਟੇਜ ਕਹਿੰਦੇ ਆ। ਬੇਸਿਕ ਫੀਚਰ ਦੀ ਗੱਲ ਕਰੀਏ ਤੇ ਇਹਦੇ ਵਿੱਚ ਚਿਲਡਰਨ ਜਿਹੜੇ ਹੁੰਦੇ ਨੇ ਉਹ ਫੋਕਸ ਕਰਦੇ ਨੇ ਕਿਹੜੀਆਂ ਚੀਜ਼ਾਂ ਤੇ? ਪਲੇਜ਼ਰ ਤੇ। ਕਿਹੜੀ ਚੀਜ਼ ਤੋਂ ਪਲੇਜ਼ਰ ਮਿਲਣਾ ਚਾਹੀਦਾ ਹੈ ਉਹਨੂੰ? ਕਿ ਜਦੋਂ ਉਹ ਆਪਦੀ ਬਾਡੀ ਤੇ ਕੰਟਰੋਲ ਕਰਦੇ ਨੇ। ਜਿਵੇਂ ਕਿ ਐਗਜ਼ਾਮਪਲ ਵੀ ਦੱਸੀ ਹੋਈ ਹੈ, ਅ ਚਾਈਲਡ ਮੇ ਐਕਸਪੀਰੀਅੰਸ ਪ੍ਰਾਈਡ ਕਿ ਉਹਨੂੰ ਬੜਾ ਮਾਣ ਮਹਿਸੂਸ ਹੁੰਦਾ ਆ ਜਦੋਂ ਉਹ ਸਕਸੈਸਫੁਲੀ ਯੂਜ਼ ਦਾ ਟਾਇਲਟ ਫॉर ਦਾ ਫਸਟ ਟਾਈਮ। ਟਾਇਲਟ ਟ੍ਰੇਨਿੰਗ ਨੂੰ ਆਪਾਂ ਇਹਦੇ ਵਿੱਚ ਐਡ ਕਰ ਦਿੰਨੇ ਆ ਕਿ ਜਦੋਂ ਉਹ ਪਹਿਲੀ ਵਾਰ ਆਪ ਟਾਇਲਟ ਜਾਂਦਾ ਆ ਤੇ ਉਹਨੂੰ ਮਤਲਬ ਕੀ ਹੁੰਦਾ ਆ, ਪ੍ਰਾਈਡ ਫੀਲ ਹੁੰਦਾ ਕਿ ਵੀ ਮੈਂ ਇਹ ਕੰਮ ਆਪ ਕੀਤਾ। ਪੋਜ਼ਿਟਿਵ ਆਊਟਕਮ ਦੀ ਗੱਲ ਕਰੀਏ ਆਪਾਂ ਕਿਹੜੀ ਸਟੇਜ ਦੀ ਗੱਲ ਕਰ ਰਹੇ ਹਾਂ? ਆਪਾਂ ਐਨਲ ਸਟੇਜ ਦੀ ਗੱਲ ਕਰ ਰਹੇ ਹਾਂ ਕਿ ਇਹਦੇ ਵਿੱਚ ਜਦੋਂ ਆਪਾਂ ਪੋਜ਼ਿਟਿਵ ਆਊਟਕਮ ਦੀ ਗੱਲ ਕਰੀਏ ਕਿ ਜਦੋਂ ਉਹ ਆਪਦੇ ਕੁਝ ਬਾਡੀ ਦੇ ਪਾਰਟਸ ਨੂੰ ਕੰਟਰੋਲ ਕਰਨਾ ਸਿੱਖ ਜਾਂਦੇ ਆ, ਕਿ ਜਿਵੇਂ ਕਿ ਯੂਰੀਨੇਸ਼ਨ ਜਾਂ ਫਿਰ ਪੋਟੀ ਟ੍ਰੇਨਿੰਗ ਇਹਦੇ ਵਿੱਚ ਆ ਜਾਂਦੀ ਹੈ। ਜਦੋਂ ਇਹ ਕੰਮ ਕਰਨਾ ਸਿੱਖ ਜਾਂਦੇ ਆ ਤੇ ਉਹਨਾਂ ਵਿੱਚ ਡਿਵੈਲਪ ਅ ਸੈਂਸ ਆਫ ਪ੍ਰਾਈਡ ਐਂਡ ਅਕੰਪਲਿਸ਼ਮੈਂਟ ਦੀ ਜਿਹੜੀ ਭਾਵਨਾ ਹੈਗੀ ਆ ਜੀ ਉਹ ਪੈਦਾ ਹੁੰਦੀ ਹੈ। ਜੇਕਰ ਮੰਨ ਲਓ ਇਹ ਚੀਜ਼ ਨਾ ਹੋਵੇ, they have struggled to control their bodily function, ਮੰਨ ਲਓ ਕਿ ਉਹਨਾਂ ਨੂੰ ਸਟਰਗਲ ਕਰਨਾ ਪੈ ਰਿਹਾ ਐਂਡ ਉਹ ਆਪਦੇ ਕੰਮ ਨੂੰ ਕੰਪਲੀਟਲੀ ਨਹੀਂ ਕਰ ਪਾ ਰਹੇ ਤੇ ਇਨ ਫਿਊਚਰ ਉਹਨਾਂ ਨੂੰ ਸ਼ਰਮ ਜਿਹੜੀ ਮਹਿਸੂਸ ਹੋਊਗੀ ਐਂਡ ਇਸ ਦੇ ਨਾਲ ਹੀ ਕਈ ਵਾਰ ਕੀ ਹੋਊਗਾ ਕਿ ਉਹਨੂੰ ਐਂਬੈਰਸਮੈਂਟ ਵੀ ਫੀਲ ਹੋਊਗੀ, ਉਹਨੂੰ ਵਧੀਆ ਨਹੀਂ ਲੱਗੂਗਾ, ਜਿਹਦੇ ਕਰਕੇ ਫਿਊਚਰ ਵਿੱਚ ਬੱਚਿਆਂ ਨੂੰ ਪ੍ਰੋਬਲਮ ਆ ਸਕਦੀ ਹੈ ਜਦੋਂ ਆਪਾਂ ਗੱਲ ਕਰਦੇ ਹਾਂ ਐਨਲ ਸਟੇਜ ਦੀ। ਤੀਸਰੇ ਨੰਬਰ ਤੇ ਆਪਾਂ ਗੱਲ ਕਰਦੇ ਹਾਂ ਫੈਲਿਕ ਸਟੇਜ ਦੀ। ਫੈਲਿਕ ਸਟੇਜ ਵਿੱਚ ਤੁਹਾਨੂੰ ਜਿਹੜੀ ਉਮਰ ਹੈ ਉਹ ਤੁਹਾਨੂੰ 3 ਸਾਲ ਤੋਂ ਲੈ ਕੇ 6 ਸਾਲ ਤੱਕ ਦੀ ਵੇਖਣ ਨੂੰ ਮਿਲਦੀ ਹੈ ਐਂਡ ਇਹਦੇ ਵਿੱਚ ਜਿਹੜੇ ਬੇਸਿਕ ਫੀਚਰਸ ਨੇ ਜਿਨ੍ਹਾਂ ਦੀ ਆਪਾਂ ਗੱਲ ਕਰਦੇ ਹਾਂ, ਇਹਦੇ ਵਿੱਚ ਬੱਚੇ ਬਹੁਤ ਜ਼ਿਆਦਾ ਕਿਊਰੀਅਸ ਹੁੰਦੇ ਆ। ਕਿਉਂ ਕਿਊਰੀਅਸ ਹੁੰਦੇ ਆ? ਆਪਦੀ ਬਾਡੀ ਪਾਰਟਸ ਨੂੰ ਲੈ ਕੇ। ਬਾਡੀਜ਼ ਦੇ ਨਾਲ ਨਾਲ ਉਹਨਾਂ ਦੀਆਂ ਜਿਹੜੀਆਂ ਸੈਕਸੁਅਲ ਫੀਲਿੰਗਸ ਹੁੰਦੀਆਂ ਨੇ ਐਂਡ ਕਿਊਰੀਓਸਿਟੀ ਵੀ ਵੇਖਣ ਨੂੰ ਮਿਲਦੀ ਹੈ। ਜਿਵੇਂ ਕਿ ਐਗਜ਼ਾਮਪਲ ਦਿੱਤੀ ਹੋਈ ਹੈ ਕਿ ਜਿਹੜੇ ਬੱਚੇ ਨੇ ਉਹ ਅਕਸਰ ਕੁਐਸਚਨ ਪੁੱਛਦੇ ਰਹਿੰਦੇ ਆ ਕਿ ਬॉयਜ਼ ਤੇ ਗਰਲਸ ਜਿਹੜੇ ਹੈਗੇ ਉਹ ਡਿਫਰੈਂਟ ਕਿਉਂ ਵਿਖਦੇ ਆ। ਇਸ ਸਟੇਜ ਦੀ ਆਪਾਂ ਗੱਲ ਕਰ ਰਹੇ ਹਾਂ ਐਂਡ ਓਡੀਪਸ ਐਂਡ ਇਲੈਕਟਰਾ ਨਾਮ ਦਾ ਕਨਸੈਪਟ ਵੀ ਤੁਸੀਂ ਜ਼ਰੂਰ ਸੁਣਿਆ ਹੋਊਗਾ। ਕਾਫੀ ਵਾਰ ਐਗਜ਼ਾਮ ਦੇ ਵਿੱਚ ਇਸ ਕਨਸੈਪਟ ਤੋਂ ਵੀ ਪ੍ਰਸ਼ਨ ਪੁੱਛ ਲਏ ਜਾਂਦੇ ਆ, ਉਹਦੀ ਗੱਲ ਤਾਂ ਆਪਾਂ ਕਰਾਂਗੇ ਹੀ। ਐਂਡ ਉਹ ਜਿਹੜਾ ਕਨਸੈਪਟ ਹੈ ਫੈਲਿਕ ਸਟੇਜ ਤੋਂ ਹੀ ਸੰਬੰਧਿਤ ਹੈਗਾ। ਪਹਿਲਾਂ ਆਪਾਂ ਪੋਜ਼ਿਟਿਵ ਐਂਡ ਨੈਗੇਟਿਵ ਆਊਟਕਮਸ ਦੀ ਗੱਲ ਕਰਾਂਗੇ, ਉਸ ਤੋਂ ਬਾਅਦ ਮੈਂ ਤੁਹਾਨੂੰ ਉਹਦੇ ਬਾਰੇ ਵੀ ਸਮਝਾ ਦੂੰਗਾ। ਇਹਦੇ ਵਿੱਚ ਆਪਾਂ ਪੋਜ਼ਿਟਿਵ ਆਊਟਕਮ ਦੀ ਜਦੋਂ ਗੱਲ ਕਰਦੇ ਹਾਂ ਕਿ ਬੱਚੇ ਜਦੋਂ ਅੰਡਰਸਟੈਂਡ ਕਰਨ ਲੱਗ ਜਾਂਦੇ ਨੇ, ਕੀ ਸਮਝਣ ਲੱਗ ਜਾਂਦੇ ਨੇ ਜੀ ਕਿ ਜਿਹੜਾ ਪ੍ਰੋਸੈਸ ਹੈਗਾ ਸੈਕਸ਼ੂਅਲ ਫੀਲਿੰਗ ਐਂਡ ਕਿਊਰੀਓਸਿਟੀ ਦਾ, ਤੇ ਉਹਨਾਂ ਵਿੱਚ ਜਿਹੜੀ ਹੈਲਥੀ ਅੰਡਰਸਟੈਂਡਿੰਗ ਹੈਗੀ ਆ ਜੈਂਡਰ ਡਿਫਰੈਂਸ ਦੇ ਵਿੱਚ, ਕਿ ਜਿਹੜਾ ਤੁਹਾਨੂੰ ਫਰਕ ਵੇਖਣ ਨੂੰ ਮਿਲਦਾ ਹੈ ਮੇਲ ਫੀਮੇਲ ਵਿੱਚ, ਉਹ ਜਦੋਂ ਉਹਨਾਂ ਨੂੰ ਸਮਝ ਲੱਗ ਜਾਂਦੀ ਹੈ ਤੇ ਉਹਨਾਂ ਦੀ ਜਿਹੜੀ ਅੰਡਰਸਟੈਂਡਿੰਗ ਹੈਗੀ ਆ ਨਾ
ਉਹ ਵੀ ਵਧੀਆ ਡਿਵੈਲਪ ਹੁੰਦੀ ਆ ਫਿਊਚਰ ਦੇ ਲਈ। ਤੇ ਨੈਗੇਟਿਵ ਆਊਟਕਮ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਮੰਨ ਲਓ ਉਹਨਾਂ ਨੂੰ ਕੁਝ ਪ੍ਰੋਬਲਮਸ ਆ ਰਹੀਆਂ ਨੇ, ਜਿਵੇਂ ਕਈ ਵਾਰ ਉਹ ਆਪਦੇ ਜੈਨੇਟਿਕਲ ਪਾਰਟਸ ਨੂੰ ਟੱਚ ਕਰਦੇ ਆ ਤੇ ਉਹਨਾਂ ਦੇ ਜਿਹੜੇ ਪੇਰੈਂਟਸ ਨੇ ਉਹਨਾਂ ਨੂੰ ਪਨਿਸ਼ਮੈਂਟ ਵਗੈਰਾ ਦੇਣੇ ਸ਼ੁਰੂ ਕਰ ਦਿੰਦੇ ਆ, ਜਿਹਦੇ ਕਰਕੇ ਬੱਚਿਆਂ ਵਿੱਚ ਇੱਕ ਗਿਲਟ ਦੀ ਜਿਹੜੀ ਭਾਵਨਾ ਹੈਗੀ ਆ ਜੀ ਉਹ ਵੇਖਣ ਨੂੰ ਮਿਲਦੀ ਆ ਐਂਡ ਇਨ ਫਿਊਚਰ ਪ੍ਰੋਬਲਮ ਵੀ ਆਉਂਦੀ ਆ। ਸੋ ਇਹ ਸੀਗੀ ਨੈਗੇਟਿਵ ਆਊਟਕਮ ਦੀ ਗੱਲ। ਹੁਣ ਫੈਲਿਕ ਸਟੇਜ ਦੇ ਵਿੱਚ ਹੀ ਤੁਹਾਨੂੰ ਓਡੀਪਸ ਐਂਡ ਇਲੈਕਟਰਾ ਨਾਮ ਦਾ ਜਿਹੜਾ ਕੰਪਲੈਕਸ ਹੈ ਉਹ ਵੇਖਣ ਨੂੰ ਮਿਲਦਾ ਹੈ। ਓਡੀਪਸ ਕੰਪਲੈਕਸ ਐਂਡ ਇਲੈਕਟਰਾ ਕੰਪਲੈਕਸ ਹੁੰਦਾ ਕੀ ਆ, ਇਹਦੇ ਬਾਰੇ ਵੀ ਆਪਾਂ ਗੱਲ ਕਰ ਲੈਣੇ ਆ। ਓਡੀਪਸ ਕੰਪਲੈਕਸ ਜਿਹੜਾ ਹੈਗਾ ਆ ਇਹ ਨਾ ਇੱਕ ਓਡੀਪਸ ਨਾਮ ਦਾ ਇੱਕ ਰਾਜਾ ਹੁੰਦਾ ਸੀ, ਜਿਹਦੇ ਵਿੱਚ ਉਹਨੇ ਆਪਦੇ ਫਾਦਰ ਨੂੰ ਕੀ ਕਰ ਦਿੱਤਾ ਸੀਗਾ, ਮਾਰ ਦਿੱਤਾ ਸੀ ਐਂਡ ਉਹਨੇ ਆਪਦੀ ਮਦਰ ਨਾਲ ਹੀ ਵਿਆਹ ਕਰਵਾ ਲਿਆ ਸੀ। ਉੱਥੋਂ ਹੀ ਇਹ ਜਿਹੜਾ ਕਨਸੈਪਟ ਹੈਗਾ ਸੀ ਉੱਥੋਂ ਲਿਆ ਗਿਆ। ਹਾਲਾਂਕਿ ਇਸ ਕਨਸੈਪਟ ਦੇ ਲਈ ਲੋਕਾਂ ਨੇ ਬਹੁਤ ਜ਼ਿਆਦਾ ਕ੍ਰਿਟਿਸਾਈਜ਼ ਵੀ ਕੀਤਾ ਸੀਗਾ ਸਿਗਮੰਡ ਫਰਾਇਡ ਨੂੰ। ਬੇਸਿਕਲੀ ਇੱਥੇ ਇਹ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜਿਹੜੇ ਮੁੰਡੇ ਹੁੰਦੇ ਨੇ ਉਹਨਾਂ ਦਾ ਜਿਹੜਾ ਜ਼ਿਆਦਾ ਪਿਆਰ ਹੁੰਦਾ ਉਹ ਹੁੰਦਾ ਹੈ ਮਦਰਸ ਨਾਲ, ਐਂਡ ਜਿਹੜੀਆਂ ਗਰਲਸ ਹੁੰਦੀਆਂ ਨੇ ਉਹਨਾਂ ਦਾ ਜਿਹੜਾ ਜ਼ਿਆਦਾ ਪਿਆਰ ਹੁੰਦਾ ਉਹ ਕਿਹਦੇ ਨਾਲ ਹੁੰਦਾ ਹੈ, ਫਾਦਰ ਨਾਲ। ਸੋ ਓਡੀਪਸ ਦੇ ਵਿੱਚ ਵਿਖਾਇਆ ਗਿਆ ਕਿ ਜਿਹੜੇ ਬॉयਜ਼ ਹੁੰਦੇ ਆ ਉਹਨਾਂ ਦਾ ਅਟਰੈਕਸ਼ਨ ਹੁੰਦਾ ਹੈ ਮਦਰ ਵੱਲ ਜਾਂ ਫਿਰ ਕਹਿ ਸਕਦੇ ਆ ਫੀਮੇਲ ਵੱਲ। ਤੇ ਜਦੋਂ ਆਪਾਂ ਇਲੈਕਟਰਾ ਕੰਪਲੈਕਸ ਦੀ ਗੱਲ ਕਰਦੇ ਆ, ਓਡੀਪਸ ਬਾਰੇ ਤੁਸੀਂ ਸਮਝ ਗਏ ਹੋਣੇ ਆ ਕਿ ਇਹ ਵੀ ਇੱਕ ਸਿਗਮੰਡ ਫਰਾਇਡ ਦੀ ਇੱਕ ਟਰਮ ਹੈਗੀ ਆ, ਜਿਹਦੇ ਵਿੱਚ ਜਿਹੜੇ ਬॉयਜ਼ ਹੁੰਦੇ ਆ ਉਹਨਾਂ ਦਾ ਜਿਹੜਾ ਅਟਰੈਕਸ਼ਨ ਹੁੰਦਾ ਆ ਜਾਂ ਫਿਰ ਜ਼ਿਆਦਾ ਪਿਆਰ ਹੁੰਦਾ ਉਹ ਮਦਰਸ ਨਾਲ ਹੁੰਦਾ। ਤੇ ਇਲੈਕਟਰਾ ਕੰਪਲੈਕਸ ਦੇ ਵਿੱਚ ਇਹਦਾ ਆਪੋਜ਼ਿਟ ਹੁੰਦਾ ਹੈ, ਜਿਹਦੇ ਵਿੱਚ ਗਰਲਸ ਜਿਹੜੀਆਂ ਹੁੰਦੀਆਂ ਨੇ ਉਹਨਾਂ ਦਾ ਜਿਹੜਾ ਜ਼ਿਆਦਾ ਪਿਆਰ ਹੁੰਦਾ ਉਹ ਕਿਹਦੇ ਨਾਲ ਹੁੰਦਾ ਹੈ, ਫਾਦਰ ਨਾਲ। ਤੇ ਇਹਦੇ ਵਿੱਚ ਵੀ ਇਹਨਾਂ ਨੇ ਇੱਕ ਐਗਜ਼ਾਮਪਲ ਦਿੱਤੀ ਹੈ। ਐਗਜ਼ਾਮਪਲ ਦਾ ਕਿ ਕਹਾਣੀ ਹੈਗੀ ਆ ਗ੍ਰੀਕ ਮੈਥੋਲੋਜੀ ਤੋਂ, ਜਿਹਦੇ ਵਿੱਚ ਇਹ ਦੱਸਿਆ ਗਿਆ ਕਿ ਇਲੈਕਟਰਾ ਆਪਦੀ ਮਦਰ ਤੋਂ ਬਹੁਤ ਜ਼ਿਆਦਾ ਗੁੱਸੇ ਸੀ ਕਿਉਂਕਿ ਇਹਦੀ ਮਦਰ ਨੇ ਇਹਦੇ ਫਾਦਰ ਨੂੰ ਮਾਰਤਾ ਸੀਗਾ ਤੇ ਇਲੈਕਟਰਾ ਆਪਦੀ ਮਦਰ ਨਾਲ ਬਦਲਾ ਲੈਣਾ ਚਾਹੁੰਦੀ ਹੈ। ਸੋ ਇਹਦੇ ਵਿੱਚ ਵਿਖਾਇਆ ਗਿਆ ਕਿ ਗਰਲਸ ਦਾ ਜਿਹੜਾ ਅਟਰੈਕਸ਼ਨ ਹੈ ਉਹ ਫਾਦਰ ਵੱਲ ਜ਼ਿਆਦਾ ਹੁੰਦਾ। ਇਲੈਕਟਰਾ ਕੰਪਲੈਕਸ ਵਿੱਚ ਇਹ ਗੱਲ ਸ਼ੋ ਕੀਤੀ ਗਈ ਹੈ, ਬਟ ਇਹ ਗੱਲ ਸਿਰਫ ਯੰਗ ਗਰਲਸ ਤੇ ਹੀ ਲਾਗੂ ਹੁੰਦੀ ਹੈ। ਇਨ ਫਿਊਚਰ ਹੌਲੀ ਹੌਲੀ ਬਾਅਦ ਵਿੱਚ ਇਹ ਜਿਹੜੀਆਂ ਚੀਜ਼ਾਂ ਨੇ ਜੀ ਉਹ ਨਾਰਮਲ ਹੋ ਜਾਂਦੀਆਂ ਨੇ। ਐਂਡ ਇਸ ਦੇ ਨਾਲ ਹੀ ਆਪਾਂ ਜਿਹੜੀ ਚੌਥੀ ਸਟੇਜ ਹੈ ਜਿਹਦਾ ਨਾਮ ਹੈਗਾ ਜੀ ਲੇਟੈਂਟ ਸਟੇਜ, ਜਿਹੜੀ ਕਿ 6 ਸਾਲਾਂ ਤੋਂ ਲੈ ਕੇ ਪਿਊਬਰਟੀ ਦੀ ਸਟੇਜ ਤੱਕ ਵੇਖਣ ਨੂੰ ਮਿਲਦੀ ਹੈ। ਗੁਪਤ ਪੜਾਅ ਪੰਜਾਬੀ ਵਿੱਚ ਤੁਸੀਂ ਕਹਿੰਦੇ ਹੋ 6 ਸਾਲ ਤੋਂ ਲੈ ਕੇ ਜਵਾਨੀ ਤੱਕ ਦਾ ਜਿਹੜਾ ਟਾਈਮ ਹੈਗਾ ਜੀ ਇਹਦੇ ਵਿੱਚ ਵੇਖਣ ਨੂੰ ਮਿਲਦਾ ਹੈ ਲੇਟੈਂਟ ਸਟੇਜ ਦੇ ਵਿੱਚ। ਬੇਸਿਕ ਫੀਚਰ ਦੀ ਗੱਲ ਕਰੀਏ ਤੇ ਇਹਦੇ ਵਿੱਚ ਜਿਹੜੇ ਚਿਲਡਰਨਸ ਹੁੰਦੇ ਨੇ ਫੋਕਸ ਕਰਦੇ ਨੇ ਇੰਟੈਲੈਕਚੁਅਲ ਪਰਸੂਟਸ ਤੇ, ਭਾਵ ਕਿ ਪਹਿਲਾਂ ਇਹਨਾਂ ਦਾ ਜਿਹੜਾ ਪਲੇਜਰ ਸੀਕਿੰਗ ਤੇ ਇੰਟਰਸਟ ਹੁੰਦਾ ਸੀਗਾ ਤੇ ਹੁਣ ਇਹਨਾਂ ਦਾ ਇੰਟੈਲੈਕਚੁਅਲ ਪਰਸੂਟਸ ਤੇ ਇੰਟਰਸਟ ਸ਼ਿਫਟ ਹੋਣਾ ਸ਼ੁਰੂ ਹੋ ਜਾਂਦਾ। ਜਿਵੇਂ ਕਿ ਐਗਜ਼ਾਮਪਲ ਦੱਸੀ ਹੋਈ ਹੈ ਕਿ ਜਿਹੜਾ ਚਾਈਲਡ ਹੈ might become more interested in playing with friends or learning new subjects in school, ਕਿ ਇਸ ਸਟੇਜ ਵਿੱਚ ਆ ਕੇ ਜਿਹੜੇ ਬੱਚੇ ਨੇ ਉਹ ਆਪਦੇ ਫਰੈਂਡਸ ਨਾਲ ਖੇਡਣਾ ਜ਼ਿਆਦਾ ਪਸੰਦ ਕਰਦੇ ਆ। ਨਵੇਂ ਜਿਹੜੇ ਵਿਸ਼ਾ ਹੈਗੇ ਆ ਜੀ ਸਕੂਲ ਵਿੱਚ ਉਹ ਪੜ੍ਹਨਾ ਪਸੰਦ ਕਰਨਗੇ। ਪੋਜ਼ਿਟਿਵ ਆਊਟਕਮ ਦੀ ਜੇਕਰ ਆਪਾਂ ਗੱਲ ਕਰਦੇ ਹਾਂ, ਮੰਨ ਲਓ ਇੱਕ ਜਿਹੜਾ ਚਾਈਲਡ ਹੈ ਆਰ ਏਬਲ ਟੂ ਐਕਸਪ੍ਰੈਸ देयर ਇੰਡੀਵਿਜੂਅਲਿਟੀ ਐਂਡ ਐਕਸਪਲੋਰ देयर ਇੰਟਰਸਟ ਡਿਊਰਿੰਗ ਦਿਸ ਸਟੇਜ, ਕਿ ਉਹ ਆਪਦੇ ਆਪ ਨੂੰ ਕੀ ਕਰ ਪਾ ਰਿਹਾ, ਐਕਸਪ੍ਰੈਸ ਕਰ ਪਾ ਰਿਹਾ, ਆਪਦੇ ਜਿਹੜੇ ਵਿਚਾਰ ਹੈਗੇ ਆ ਦੂਜਿਆਂ ਸਾਹਮਣੇ ਦੱਸ ਰਿਹਾ। ਤੇ ਇਹਦੇ ਨਾਲ ਕੀ ਹੋਊਗਾ ਕਿ ਉਹਦੀਆਂ ਜਿਹੜੀਆਂ ਸੋਸ਼ਲ ਸਕਿੱਲ ਨੇ, ਸਮਾਜਿਕ ਜਿਹੜੀਆਂ ਸਕਿੱਲਸ ਹੈਗੀਆਂ ਨੇ ਐਂਡ ਰਿਲੇਸ਼ਨਸ਼ਿਪ ਜਿਹੜੇ ਹੈਗੇ ਆ ਉਹ ਮੇਨਟੇਨ ਕਰਕੇ ਰੱਖੇਗਾ ਫਿਊਚਰ ਵਿੱਚ। ਤੇ ਇਹਦਾ ਜਿਹੜਾ ਨੈਗੇਟਿਵ ਆਊਟਕਮ ਹੈਗਾ ਉਹ ਕੀ ਵੇਖਣ ਨੂੰ ਮਿਲੇਗਾ, ਉਹਨਾਂ ਨੂੰ ਬਹੁਤ ਜ਼ਿਆਦਾ ਸੰਘਰਸ਼ ਕਰਨਾ ਪੈਣਾ ਹੈ ਮੀਨਿੰਗਫੁਲ ਰਿਲੇਸ਼ਨਸ਼ਿਪ ਲਈ। ਐਂਡ ਕਈ ਵਾਰ ਉਹਨਾਂ ਨੂੰ ਕੀ ਕੀਤਾ ਜਾਏਗਾ, ਲੋਕਾਂ ਦੁਆਰਾ ਕਿਹਾ ਜਾਏਗਾ ਕਿ ਨਹੀਂ ਤੁਸੀਂ ਨਹੀਂ ਬੋਲਣਾ ਆ, ਚੁੱਪ ਕਰਕੇ ਰਹੋ, ਜਿਹਦੇ ਕਰਕੇ ਫਿਊਚਰ ਵਿੱਚ ਉਹਨੂੰ ਆਪਦੀ ਆਇਡੈਂਟੀਟੀ ਫਾਰਮ ਕਰਨ ਲੱਗਿਆ ਵੀ ਬਹੁਤ ਜ਼ਿਆਦਾ ਪ੍ਰੋਬਲਮ ਆਏਗੀ। ਆਪਦੇ ਆਪ ਦੀ ਜਿਹੜੀ ਪਛਾਣ ਹੈਗੀ ਆ ਉਹ ਨਹੀਂ ਕਰ ਸਕਦਾ ਐਂਡ ਉਹਨੂੰ ਫਿਊਚਰ ਵਿੱਚ ਵੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਏਗਾ। ਹੁਣ ਇਸ ਤੋਂ ਬਾਅਦ ਆਪਾਂ ਲਾਸਟ ਸਟੇਜ ਤੇ ਆ ਚੁੱਕੇ ਹਾਂ, ਜੈਨੇਟਲ ਸਟੇਜ ਤੇ। ਜੈਨੇਟਲ ਸਟੇਜ ਤੁਹਾਨੂੰ ਪਿਊਬਰਟੀ ਤੋਂ ਅਡਲਟਹੁੱਡ ਤੱਕ ਦੀ ਸਟੇਜ ਵਿੱਚ ਵੇਖਣ ਨੂੰ ਮਿਲਦੀ ਹੈ। ਜਣਨ ਪੜਾਅ ਦੀ ਗੱਲ ਕਰਦੇ ਹਾਂ, ਜਵਾਨੀ ਤੋਂ ਬਾਲਗਤਾ ਦੀ। ਜਵਾਨੀ ਤੋਂ ਬਾਲਗਤਾ ਦੇ ਵਿੱਚ ਜਦੋਂ ਆਪਾਂ ਬੇਸਿਕ ਫੀਚਰ ਦੀ ਗੱਲ ਕਰਦੇ ਹਾਂ, individuals become focused on forming intimate and sexual relationship, ਜਿਵੇਂ ਕਿ ਜਿਹੜੇ ਟੀਨੇਜ ਹੁੰਦੇ ਨੇ, ਜਿਹੜੇ ਕਿ ਟੀਨੇਜਰਸ ਹੁੰਦੇ ਨੇ, ਉਹਨਾਂ ਦਾ ਜਿਹੜਾ ਇੰਟਰਸਟ ਹੈਗਾ ਆ ਉਹ ਕਿਹਦੇ ਵੱਲ ਜ਼ਿਆਦਾ ਝੁਕਾਅ ਹੋਣਾ ਸ਼ੁਰੂ ਹੋ ਜਾਂਦਾ ਆ, ਆਪੋਜ਼ਿਟ ਜੈਂਡਰ ਵੱਲ। ਐਂਡ ਰੋਮਾਂਟਿਕ ਜਿਹੜੀਆਂ ਫੀਲਿੰਗਸ ਨੇ ਜੀ ਉਹ ਡਿਵੈਲਪ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਇਸ ਸਟੇਜ ਦੇ ਵਿੱਚ। ਪੋਜ਼ਿਟਿਵ ਆਊਟਕਮ ਦੀ ਜੇਕਰ ਆਪਾਂ ਗੱਲ ਕਰੀਏ, ਜੇਕਰ ਸਾਰਾ ਕੁਝ ਸਹੀ ਤਰੀਕੇ ਨਾਲ ਹੋ ਹੀ ਗਿਆ ਤੇ ਇਹਨਾਂ ਦੇ ਜਿਹੜੇ ਰਿਲੇਸ਼ਨਸ਼ਿਪਸ ਨੇ ਜੀ ਉਹ ਵਧੀਆ ਹੋਣਗੇ, ਬੱਚੇ ਲੋਨਲੀ ਵਾਲੀ ਫੀਲਿੰਗ ਨਹੀਂ ਫੀਲ ਕਰਨਗੇ, ਅਲੋਨ ਫੀਲ ਨਾ ਕਰਨਗੇ। ਬਟ ਜੇਕਰ ਇਹਦਾ ਆਪੋਜ਼ਿਟ ਹੁੰਦਾ ਤੇ ਉਹ ਡੈਸਪਰੇਟ ਫੀਲ ਕਰੇਗਾ ਪਰਸਨ, ਐਂਡ ਜਿਹਦੇ ਕਰਕੇ ਉਹਨਾਂ ਦੇ ਐਕਸਪੀਰੀਅੰਸ ਵਧੀਆ ਨਹੀਂ ਹੋਣਗੇ। ਸੋ ਇਹ ਗੱਲ ਤੁਹਾਨੂੰ ਜੈਨੇਟਲ ਸਟੇਜ ਵਿੱਚ ਵੇਖਣ ਨੂੰ ਮਿਲਦੀ ਆ, ਪਿਊਬਰਟੀ ਟੂ ਅਡਲਟਹੁੱਡ, ਜਿਹਦੀ ਜਦੋਂ ਆਪਾਂ ਗੱਲ ਕਰਦੇ ਹਾਂ
ਸੋ ਇਹ ਆਪਣੀ ਛੋਟੀ ਜੀ ਥਿਊਰੀ ਸੀਗੀ। ਇਹ ਬਹੁਤ ਹੀ ਇੰਪੋਰਟੈਂਟ ਥਿਊਰੀ ਹੈ ਜੀ। ਕਈ ਵਾਰ ਸਿੱਧੇ ਤੌਰ ਤੇ ਪ੍ਰਸ਼ਨ ਇੱਥੋਂ ਪੁੱਛ ਲਏ ਜਾਂਦੇ ਆ ਐਂਡ ਇਨ ਦਾ ਪਾਸਟ ਪੀਐਸ ਟੈਟ ਦੇ ਵਿੱਚ ਵੀ ਇਸ ਟੌਪਿਕ ਤੋਂ ਸੰਬੰਧਿਤ ਪ੍ਰਸ਼ਨ ਪੁੱਛੇ ਗਏ ਆ। ਸੋ ਉਮੀਦ ਤਾਂ ਮੈਂ ਇਹੀ ਕਰੂੰਗਾ ਇਸ ਵੀਡੀਓ ਦੇ ਥਰੂ ਤੁਹਾਨੂੰ ਕੁਝ ਜਰਨਲ ਗੱਲਾਂ ਦਾ ਸਮਝ ਲੱਗ ਹੀ ਗਈਆਂ ਹੋਣਗੀਆਂ। ਜੇਕਰ ਨਹੀਂ ਸਮਝ ਲੱਗੀਆਂ ਤੇ ਤੁਸੀਂ ਇਸ ਵੀਡੀਓ ਨੂੰ 3 ਤੋਂ ਲੈ ਕੇ 4 ਵਾਰ ਤੱਕ ਵੇਖ ਸਕਦੇ ਹੋ ਐਂਡ ਤੁਹਾਨੂੰ ਨੋਟਸ ਬਣਾਉਣ ਦੀ ਵੀ ਕੋਈ ਲੋੜ ਨਹੀਂ ਹੈਗੀ ਜੇਕਰ ਤੁਸੀਂ ਇਸ ਵੀਡੀਓ ਨੂੰ ਹੀ ਸਿਰਫ 2-3 ਵਾਰ ਵੇਖ ਲੈਂਦੇ ਹੋ। ਸਾਰੀਆਂ ਹੀ ਗੱਲਾਂ ਤੁਹਾਨੂੰ ਰੱਟ ਜਾਣਗੀਆਂ। ਮੈਂ ਕੋਸ਼ਿਸ਼ ਕੀਤੀ ਹੈ ਕਿ ਬੜੇ ਹੀ ਸਿੰਪਲੀਫਾਈਡ ਤਰੀਕੇ ਨਾਲ ਵਿਦ ਦ ਹੈਲਪ ਆਫ ਐਗਜ਼ਾਮਪਲਸ ਤੁਹਾਨੂੰ ਸਾਰੀਆਂ ਗੱਲਾਂ ਐਕਸਪਲੇਨ ਕਰਾਂ। ਜੇਕਰ ਤੁਹਾਨੂੰ ਮੇਰੀ ਇਹ ਗੱਲ ਪਸੰਦ ਆਈ ਹੋਵੇ, ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਇੱਕ ਲਾਈਕ ਦਾ ਜਿਹੜਾ ਬਟਨ ਹੈ ਜੀ ਉਹਨੂੰ ਜ਼ਰੂਰ ਪ੍ਰੈਸ ਕਰ ਲਿਓ ਐਂਡ ਇਸ ਦੇ ਨਾਲ ਹੀ ਜਿਹੜਾ ਸਬਸਕ੍ਰਾਈਬ ਦਾ ਬਟਨ ਹੈਗਾ ਜੀ ਉਹਨੂੰ ਵੀ ਪ੍ਰੈਸ ਕਰ ਲਿਓ, ਕਿਉਂਕਿ ਆਪਾਂ ਵੀਡੀਓਜ਼ ਤਾਂ ਵੇਖ ਲੈਂਦੇ ਆ, ਨੌਲੇਜ ਵੀ ਗੇਨ ਕਰ ਰਹੇ ਆ ਐਂਡ ਮੈਂ ਕਾਫੀ ਮਿਹਨਤ ਵੀ ਕਰ ਰਿਹਾ, ਬਟ ਜਿਹੜਾ ਫਰਜ਼ ਰਹਿੰਦਾ ਹੈ ਜੀ ਉਹ ਤੁਹਾਡਾ ਆ ਕਿ ਆਪਾਂ ਇਹਨਾਂ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੀਏ ਐਂਡ ਚੈਨਲ ਨੂੰ ਸਬਸਕ੍ਰਾਈਬ ਵੀ ਕਰੀਏ। ਸੋ ਇਸ ਦੇ ਨਾਲ ਹੀ ਦਿਓ ਇਜਾਜ਼ਤ, ਇਸ ਵੀਡੀਓ ਨੂੰ ਕਰਦੇ ਆ ਖਤਮ। ਫਿਰ ਤੋਂ ਹਾਜ਼ਰ ਹੋਵਾਂਗੇ ਤੁਹਾਡੇ ਸਾਹਮਣੇ ਇੱਕ ਨਵੀਂ ਐਂਡ ਇੰਟਰਸਟਿੰਗ ਵੀਡੀਓ ਲੈ ਕੇ। ਸੋ ਥੈਂਕ ਯੂ ਸੋ ਮਚ ਫॉर ਵਾਚਿੰਗ। ਗॉड ब्लेस यू ऑल।